ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਤੇ ਤੁਕਾ। ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਹਿਆ ਸਮਾਏ। ਹੇ ਭਾਈ, ਕੋਈ ਭਿਖਾਰੀ ਬਣ ਕੇ ਮੰਗ ਕੇ ਲਈ ਹੋਈ ਅੰਨ ਆਦਿ ਵਸਤੂ ਨੂੰ ਖਾਂਦਾ ਹੈ। ਕੋਈ ਰਾਜਾ ਪਾਤਸ਼ਾਹ ਹੋ ਕੇ ਆਪਣੇ ਰਾਜਪੁਣੇ ਵਿੱਚ ਹੀ ਸਮਾਇਆ ਭਾਵ ਮਸਤ ਹੋਇਆ ਰਹਿੰਦਾ। ਇਸੇ ਪ੍ਰਕਾਰ ਕੋਈ ਮੰਗਤੇ ਦੀ ਨਿਆਈ ਅਧਿਕਾਰੀ ਹੋ ਕੇ ਗੁਰਾਂ ਦੇ ਪਾਸੋਂ ਨਾਮ ਦੀ ਭਿਖਿਆ ਖਾਂਦਾ ਹੈ, ਭਾਵ ਜਪਣਾ ਕਰਦਾ ਹੈ। ਕੋਈ ਰਾਜੇ ਦੀ ਨਿਆਈ ਬ੍ਰਹਮ ਗਿਆਨੀ ਹੋ ਕੇ ਪਰਮੇਸ਼ਰ ਦੇ ਸਰੂਪ ਵਿੱਚ ਸਮਾਏ ਅਭੇਦ ਹੋ ਰਹਿੰਦਾ ਹੈ। ਕਿਸ ਹੀ ਮਾਨ ਕਿਸੈ ਅਪਮਾਨ, ਢਾਹੇ ਉਸਾਰੇ ਧਰੇ ਧਿਆਨ। ਕਿਸੇ ਰਾਜੇ ਆਦਿ ਦਾ ਲੋਕ ਕੇਵਲ ਮਾਨ ਸਤਿਕਾਰ ਕਰੀ ਜਾਂਦੇ ਹਨ ਅਤੇ ਕਿਸੇ ਭਿਖਾਰੀ ਆਦਿ ਦਾ ਅਪਮਾਨ ਨਿਰਾਦਰ ਕਰੀ ਜਾਂਦੇ ਹਨ। ਕਿਸੇ ਸਿੱਖ ਨੂੰ ਗੁਰੂ ਸਾਹਿਬ ਜੀ ਹੀ ਨਿਸ਼ਚੇ ਕਰਕੇ ਬ੍ਰਹਮ ਗਿਆਨ ਦੇਣ ਰੂਪ ਮਾਨ ਸਤਿਕਾਰ ਬਖਸ਼ਿਸ਼ ਕਰਦੇ ਹਨ ਅਤੇ ਕਿਸੇ ਸਿੱਖ ਨੂੰ ਪਰਖਣ ਵਾਸਤੇ ਹੰਕਾਰ ਦੀ ਨਿਵਰਤੀ ਕਰਨ ਲਈ ਕਿਸੇ ਤੋਂ ਅਪਮਾਨ ਤਿਰਸਕਾਰ ਕਰਾਉਂਦੇ ਹਨ। ਭਲਾ ਇਹ ਜਰਦਾ ਹੈ, ਸਹਿ ਲੈਂਦਾ ਹੈ। ਇਸ ਤਰ੍ਹਾਂ ਢਾਹੇ ਉਸਾਰੇ ਧਰੇ ਧਿਆਨ। ਪਾਤਸ਼ਾਹ ਫਰਮਾਉਂਦੇ ਹਨ ਕਿ ਹੇ ਭਾਈ, ਰਾਜੇ ਭਿਖਾਰੀ ਅਤੇ ਮਾਨ ਅਪਮਾਨ ਨੂੰ ਤਿਆਗ ਕੇ ਜੋ ਸਾਰੇ ਬ੍ਰਹਿਮੰਡ ਨੂੰ ਢਾਹੇ ਭਾਵ ਡੇਗ ਕੇ ਭਾਵ ਪਰਲੋਂ ਕਰਕੇ ਫਿਰ ਉਸਾਰਨ ਵਾਲਾ ਪਰਮੇਸ਼ਰ ਹੈ, ਉਸ ਦੇ ਧਿਆਨ ਚਿੰਤਨ ਨੂੰ ਹਿਰਦੇ ਵਿੱਚ ਧਾਰਨ ਕਰੋ। ਭਾਵ ਚਿੱਤ ਦੀ ਬਿਰਤੀ ਨੂੰ ਚਾਰੇ ਪਾਸਿਓਂ ਰੋਕ ਕੇ ਪਰਮੇਸ਼ਰ ਵੱਲ ਜੋੜਨਾ ਕਰੇ। ਤੁਝ ਤੇ ਵੱਡਾ ਨਾਹੀ ਕੋਇ, ਕਿਸ ਵੇ ਖਾਲੀ ਚੰਗਾ ਹੋਏ। ਹੇ ਪਰਮੇਸ਼ਰ, ਤੇਰੇ ਤੋਂ ਵੱਡਾ ਵਿਸਤਾਰ ਵਾਲਾ ਕੋਈ ਨਹੀਂ ਹੈ। ਜਦੋਂ ਤੁਸੀਂ ਸਾਡੀ ਸਾਰੀ ਹਾਲਤ ਨੂੰ ਜਾਣਦੇ ਹੀ ਹੋ, ਫਿਰ ਅਸੀਂ ਭਲਾ ਸ੍ਰੇਸ਼ਟ ਹੋ ਕੇ ਕਿਸ ਨੂੰ ਵਿਖਾਉਣਾ ਕਰੀਏ। ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ ਰਹਾਉ। ਹੇ ਮਹਾਰਾਜ, ਮੈਂ ਕਹੀਏ ਸਾਨੂੰ ਤਾਂ ਕੇਵਲ ਤੁਹਾਡੇ ਨਾਮ ਦਾ ਹੀ ਆਸਰਾ ਹੈ। ਤੁਸੀਂ ਦਾਤਾਂ ਦੇਣ ਵਾਲੇ ਅਤੇ ਜਗਤ ਨੂੰ ਪੈਦਾ ਕਰਨ ਵਾਲੇ ਹੋ। ਕਰਤਾਰ, ਤੁਹਾਡੇ ਕਰ ਹੱਥਾਂ ਵਿੱਚ ਸਾਰਿਆਂ ਜੀਵਾਂ ਦੀ ਚੇਤਨ ਸੱਤਾ ਰੂਪੀ ਪਰਾਲਬਧ ਰੂਪੀ ਤਾਰ ਫੜੀ ਹੋਈ ਆ। ਰਹਾਉ, ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਵਾਟ ਨ ਪਾਵੋ ਵੀਗਾ ਜਾਉ, ਦਰਗਹਿ ਬੈਸਣ ਨਾਹੀ ਥਾਉ। ਹੇ ਮਹਾਰਾਜ, ਜੋ ਤੁਹਾਡੀ ਭਗਤੀ ਰੂਪੀ ਵਾਟ ਰਸਤੇ ਨੂੰ ਨਹੀਂ ਪਾਉਣਾ ਕਰਦੇ, ਉਹ ਵੀਗਾ ਟੇਢੀਆਂ ਜੂਨਾਂ ਵਿੱਚ ਜਾਂਦੇ ਹਨ। ਇਸ ਕਰਕੇ ਉਹਨਾਂ ਨੂੰ ਸੱਚਖੰਡ ਵਿੱਚ ਬੈਠਣ ਲਈ ਥਾਂ ਨਹੀਂ ਮਿਲਦੀ। ਮਨ ਕਾ ਅੰਧਲਾ ਮਾਇਆ ਕਾ ਬੰਧ, ਖੀਨ ਖਰਾਬ ਹੋਵੈ ਨਿਤ ਕੰਧ। ਇਹ ਜੀਵ ਵਿਵੇਕ ਵੈਰਾਗ ਦੇ ਨੇਤਰਾਂ ਤੋਂ ਹੀਣਾ ਮਨ ਦਾ ਅੰਨਾ ਹੋ ਰਿਹਾ, ਜਿਸ ਕਰਕੇ ਮਾਇਆ ਦਾ ਭਰਮਾਇਆ ਹੋਇਆ ਜੰਮਣ ਮਰਨ ਰੂਪ ਬੰਧਨਾਂ ਵਿੱਚ ਪੈ ਗਿਆ ਹੈ ਅਤੇ ਨਿਤਾ ਪ੍ਰਤੀ ਹੀ ਉਹਨਾਂ ਦੇ ਕੰਧ ਹੁੰਦਾ ਸਰੀਰ ਬੁਰੇ ਵਿਸ਼ਿਆਂ ਵਿੱਚ ਲੱਗਣ ਕਰਕੇ ਖੀਨ ਭਾਵ ਨਾਸ ਹੋ ਰਹੇ। ਖਾਣ ਜੀਵਨ ਕੀ ਬਹੁਤੀ ਆਸ, ਲੇਖੈ ਤੇਰੈ ਸਾਸ ਗਿਰਾਸ। ਜੀਵਾਂ ਨੇ ਪਦਾਰਥਾਂ ਦੇ ਖਾਣ ਅਤੇ ਸਰੀਰ ਕਰਕੇ ਸਦਾ ਜਿਉਂਦੇ ਰਹਿਣ ਦੀ ਬਹੁਤ ਵੱਡੀਆਂ ਆਸਾਂ ਉਮੀਦਾਂ ਲਾਈਆਂ ਹੋਈਆਂ, ਪਰੰਤੂ ਹੇ ਮਹਾਰਾਜ, ਜੀਵਾਂ ਦੇ ਸਾਸ ਗਰਾਸ ਸਵਾਸਾਂ ਦਾ ਅੰਦਰ ਬਾਹਰ ਆਉਣਾ ਜਾਣਾ, ਸਾਹ ਲੈਣੇ ਅਤੇ ਗਰਾਸ ਭੋਜਨ ਦਾ ਗਰਾਹੀ ਆਦਿ ਸਭ ਕੁਝ ਤੁਹਾਡੇ ਲੇਖੇ ਹਿਸਾਬ ਕਿਤਾਬ ਵਿੱਚ ਹੀ ਆ। ਕੋਈ ਇੱਕ ਗਰਾਹੀ ਵੱਧ ਨਹੀਂ ਲੈ ਸਕਦਾ, ਕੋਈ ਘੱਟ ਨਹੀਂ ਲੈ ਸਕਦਾ। ਐਨਿਸ ਅੰਧਲੇ ਦੀਪਕ ਦੇ, ਭੌਜਲ ਡੂਬਤ ਚਿੰਤ ਕਰੇ। ਹੇ ਮਹਾਰਾਜ, ਐਨਿਸ ਰਾਤ ਦਿਨ ਵਿਵੇਕ ਬੈਰਾਗ ਰੂਪੀ ਨੇਤਰਾਂ ਤੋਂ ਹੀਣੇ ਅੰਨੇ ਜੀਵਾਂ ਨੂੰ ਗਿਆਨ ਰੂਪੀ ਦੀਵਾ ਦੇਣਾ ਕਰੋ ਅਤੇ ਭੈਦਾਇਕ ਸੰਸਾਰ ਸਮੁੰਦਰ ਵਿੱਚ ਡੁੱਬਦਿਆਂ ਹੋਇਆਂ ਨੂੰ ਬਚਾਉਣ ਲਈ ਮੁਕਤ ਰੂਪੀ ਪਾਰਲੇ ਕਿਨਾਰੇ 'ਤੇ ਲਾਉਣ ਲਈ ਚਿੰਤ ਫਿਕਰ ਕਰੋ। ਕਹਿ ਹੈ ਸੁਣ ਹੈ ਜੋ ਮਾਨਹਿ ਨਾਉ, ਹਉ ਬਲਹਾਰੈ ਤਾਕੈ ਜਾਉ। ਹੇ ਭਾਈ,
ਜਿਹੜੇ ਪਰਮੇਸ਼ਰ ਦੇ ਨਾਮ ਨੂੰ ਰਸਨਾ ਦੁਆਰਾ ਕਹਿੰਦੇ ਹਨ, ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਦੇ ਹਨ, ਫਿਰ ਨਾਮ ਦਾ ਮੰਨਣ ਕਰਦੇ ਹਨ, ਅਸੀਂ ਤਾਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਨਾਨਕ ਏਕ ਕਹਿ ਅਰਦਾਸ, ਜੀਉ ਪਿੰਡ ਸਭ ਤੇਰੇ ਪਾਸ। ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਹੇ ਪਰਮੇਸ਼ਰ, ਅਸੀਂ ਇੱਕ ਅਰਦਾਸ ਬੇਨਤੀ ਕਰਦੇ ਹਾਂ। ਸਾਡਾ ਜੀ ਅਤੇ ਪਿੰਡ ਸਰੀਰ ਸਾਰਾ ਕੁਝ ਤੁਹਾਡੇ ਪਾਸ ਕੋਲ ਹੀ ਅਰਪਣ ਕਰਦੇ ਹਾਂ। ਜਾਂ ਤੂੰ ਦੇਹ ਜਪੀ ਤੇਰਾ ਨਾਉ, ਦਰਗਹਿ ਬੈਸਣ ਹੋਵੈ ਥਾਉ। ਹੇ ਮਹਾਰਾਜ, ਜਦੋਂ ਤੁਸੀਂ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਦੇਵੋ ਤਾਂ ਹੀ ਮੈਂ ਤੁਹਾਡਾ ਨਾਮ ਜਪਣਾ ਕਰਾਂ ਅਤੇ ਸਾਨੂੰ ਦਰਗਹਿ ਸੱਚਖੰਡ ਵਿੱਚ ਬੈਠਣ ਲਈ ਥਾਂ ਪ੍ਰਾਪਤ ਹੋ ਜਾਵੇ। ਜਾਂ ਤੁਧ ਭਾਵੈ ਤਾ ਦੁਰਮਤ ਜਾਏ, ਗਿਆਨ ਰਤਨ ਮਨ ਵਸੈ ਆਏ। ਹੇ ਮਹਾਰਾਜ, ਜਦੋਂ ਤੁਹਾਨੂੰ ਭਾ ਜਾਈਏ ਤਦੋਂ ਹੀ ਦੁਰਮਤ ਖੋਟੀ ਮਤ ਨਾਸ ਹੋ ਜਾਂਦੀ ਹੈ। ਗਿਆਨ ਰੂਪੀ ਰਤਨ ਮਾਣਕ ਗਿਆਨ ਅਤੇ ਰਤਨ ਵੈਰਾਗ ਮਨ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਨਦਰ ਕਰੇ ਤਾ ਸਤਿਗੁਰ ਮਿਲੈ, ਪ੍ਰਣਵਤ ਨਾਨਕ ਭਵ ਜਲ ਤਰੈ। ਹੇ ਭਾਈ, ਜੇਕਰ ਪਰਮੇਸ਼ਰ ਨਦਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਤਦ ਹੀ ਪੂਰਨ ਸਤਿਗੁਰੂ ਗੁਰੂ ਸਾਹਿਬ ਜੀ ਮਿਲਦੇ ਹਨ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਨੂੰ ਸਾਡੀ ਪ੍ਰਣਵਤ ਹੁੰਦਾਵਾ ਨਮਸਕਾਰ ਹੈ, ਜਿਸ ਦੀ ਕਿਰਪਾ ਦੁਆਰਾ ਭਵਜਲ ਭੈਦਾਇਕ ਸੰਸਾਰ ਸਮੁੰਦਰ ਤੋਂ ਤਰੈ ਕਹੀਏ ਤਰ ਜਾਈਦਾ ਹੈ। ਆਸਾ ਮਹੱਲਾ ਪਹਿਲਾ ਪੰਚ ਪਦੇ। ਸੋ ਪੰਚ ਪਦੇ ਪੰਜ ਪੰਜ ਪਦਿਆਂ ਵਾਲੇ 6 ਸ਼ਬਦ ਆਉਣਗੇ। ਪੈਰ ਵਿੱਚ 6 ਵੀ ਲੱਗਾ ਹੋਇਆ ਅੰਕ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤ ਭੁਜ ਕਾਮ ਨਾਹੀ। ਜਿਵੇਂ ਦੁੱਧ ਤੋਂ ਬਿਨਾਂ ਧੇਨ ਗਊ, ਪੰਖ ਖੰਭਾਂ ਤੋਂ ਬਗੈਰ ਪੰਛੀ ਅਤੇ ਪਾਣੀ ਤੋਂ ਬਿਨਾਂ ਉਤਪੁਜ ਖੇਤੀ ਕਿਸੇ ਕੰਮ ਨਹੀਂ ਆਉਂਦੀ। ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਾਹੀ। ਉਹ ਚੱਕਰਵਰਤੀ ਸੁਲਤਾਨ ਬਾਦਸ਼ਾਹ ਵੀ ਕੀ ਹੈ, ਜਿਸ ਨੂੰ ਕੋਈ ਜਿਸ ਦਾ ਅਦਬ ਰੋਹਬ ਦਾਬ ਵਿਹੂਣਾ ਖਾਲੀ ਹੋਵੇ, ਪ੍ਰਜਾ ਦੇ ਲੋਕ ਸਲਾਮਾਂ ਹੀ ਨਾ ਕਰਦੇ ਹੋਣ। ਜਿਵੇਂ ਇਹ 4 ਦ੍ਰਿਸ਼ਟਾਂਤ ਦਿੱਤੇ ਹਨ ਕਿ ਵੇਖੋ, ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਾਹੀ। ਪਹਿਲਾਂ ਦੱਸਿਆ ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਾਹੀ। ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਾਹੀ। ਅੱਗੇ ਕਿਰਪਾ ਕਰੇ ਕੀ ਵਿਸਰਹਿ, ਦੁਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀ ਰਹਾਉ। ਹੇ ਪਰਮੇਸ਼ਰ, ਤੁਸੀਂ ਸਾਨੂੰ ਕਿਸ ਵਾਸਤੇ ਭੁੱਲਦੇ ਹੋ? ਤੁਹਾਡੇ ਵਿਸਰਨ ਨਾਲ ਬਹੁਤ ਜ਼ਿਆਦਾ ਜੰਮਣ ਮਰਨ ਵਿਸ਼ਿਆਂ ਵਿਕਾਰਾਂ ਦੇ ਸੰਕਲਪ ਰੂਪ ਦੁੱਖ ਕਸ਼ਟ ਲੱਗਦਾ ਹੈ। ਹੇ ਮਹਾਰਾਜ, ਨਿਸ਼ਚੇ ਕਰਕੇ ਬਹੁਤ ਕਸ਼ਟ ਦੁੱਖ ਲੱਗਦਾ ਹੈ। ਇਸ ਕਰਕੇ ਤੁਸੀਂ ਕਦਾਚਿਤ ਵੀ ਭੁੱਲਣਾ ਨਾ ਕਰੋ ਸਾਨੂੰ। ਦੁੱਖ ਭਾਵੇਂ ਆ ਕੇ ਲੱਗ ਜਾਣ ਪਰ ਤੁਸੀਂ ਨਾ ਵਿਸਰੋ। ਰਹਾਓ ਵਿਸਰਾਮ ਦੇ ਕੇ ਕਿਰਪਾ ਕਰੇ। ਅੱਖੀ ਅੰਧ ਜੀਭ, ਰਸ ਨਾਹੀ, ਕੰਨੀ ਪਵਨ ਨ ਵਾਜੈ। ਹੁਣ ਅੱਗੇ ਦੱਸ ਰਹੇ ਆ ਬੁਢਾਪੇ ਦੀ ਅਵਸਥਾ ਵਿੱਚ ਅੱਖਾਂ ਅੰਨੀਆਂ ਹੋਣ ਦੀ ਨਿਆਈ ਹੋ ਜਾਂਦੀਆਂ। ਜੀਭ ਰਸਨਾ ਵਿੱਚ ਸਵਾਦਾਂ ਆਦਿ ਨੂੰ ਗ੍ਰਹਿਣ ਕਰਨ ਦੀ ਗਿਆਤ ਨਹੀਂ ਰਹਿ ਜਾਂਦੀ। ਕੰਨੀ ਕੰਨਾਂ ਵਿੱਚ ਪਵਨ ਹਵਾ ਦੁਆਰਾ ਪੈਦਾ ਕੀਤਾ ਹੋਇਆ ਸ਼ਬਦ ਪ੍ਰਗਟ ਨਹੀਂ ਹੁੰਦਾ। ਕੰਨਾਂ ਵਿੱਚ ਪਾਉਣ ਦੀ ਲਹਿਰ ਬਰੀਕ ਝਿੱਲੀ ਉੱਪਰ ਠੋਕਰ ਖਾ ਕਰਕੇ ਸ਼ਬਦ ਉਤਪੰਨ ਨਹੀਂ ਕਰਦੀ। ਚਰਣੀ ਚੱਲੈ ਪਜੂਤਾ ਆਗੈ, ਵਿਣ ਸੇਵਾ ਫਲ ਲਾਗੇ। ਜੇਕਰ ਅੱਗੋਂ ਕਿਸੇ ਨੇ ਪਜੂਤਾ ਹੁੰਦਾ ਸਹਾਰਾ ਦੇ ਫੜਿਆ ਹੋਵੇ ਤਾਂ ਹੀ ਚਰਣੀ ਪੈਰਾਂ ਨਾਲ ਚੱਲ ਸਕਦਾ ਹੈ। ਸਤਿਗੁਰਾਂ ਦੀ ਸੇਵਾ ਟਹਿਲ ਕੀਤੇ ਤੋਂ ਬਿਨਾਂ ਜਵਾਨੀ ਵਿੱਚ ਕੀਤੇ ਹੋਏ ਕਰਮਾਂ ਦਾ ਫਲ ਬੁਢਾਪੇ ਵਿੱਚ ਆ ਕੇ ਲੱਗਦਾ ਹੈ। ਅੱਖਰ ਬਿਰਖ ਬਾਗ ਭੋਏ ਚੋਖੀ, ਸਿੰਚਤ ਭਾਵ ਕਰੇਹੀ। ਹੇ ਭਾਈ, ਬੁੱਧੀ ਰੂਪੀ ਧਰਤੀ ਨੂੰ ਚੋਖੀ ਨਿਰਮਲ ਕਰਕੇ ਅੰਤਸ਼ਕਰਨ ਰੂਪੀ ਬਾਗ ਬਗੀਚੇ ਵਿੱਚ ਵਾਹਿਗੁਰੂ ਮੰਤਰ ਰੂਪ ਅੱਖਰਾਂ ਦੇ ਬਿਰਖ ਰੁੱਖਾਂ ਨੂੰ ਲਾਉਣਾ ਕਰੇ।
ਅਤੇ ਸਾਧ ਸੰਗਤ ਰੂਪੀ ਹਲਟ ਤੇ ਭਾਉ ਪ੍ਰੇਮ ਕਰੇਹੀ ਕਰਨ ਰੂਪ ਜਲ ਨਾਲ ਸਿੰਚਿਤ ਸਿੰਜਣਾ ਕਰੇ। ਸਭਨਾ ਫਲ ਲਾਗੈ ਨਾਮ ਏਕੋ, ਬਿਨ ਕਰਮਾ ਕੈਸੇ ਲੇਹੀ। ਸਾਰਿਆਂ ਤਾਈਂ ਪਰਮੇਸ਼ਰ ਦੇ ਇੱਕੋ ਅਦਵੈਤ ਸਰੂਪ ਨਾਮ ਦੁਆਰਾ ਉਸ ਦੀ ਪ੍ਰਾਪਤੀ ਰੂਪ ਫਲ ਲੱਗੇਗਾ, ਪਰੰਤੂ ਨਿਸ਼ਕਾਮ ਕਰਮਾਂ ਸਤਿਗੁਰਾਂ ਦੀ ਕਰਮਾਂ ਬਖਸ਼ਿਸ਼ ਕਿਰਪਾ ਤੋਂ ਬਗੈਰ ਕੋਈ ਕਿਸ ਪ੍ਰਕਾਰ ਇਹ ਫਲ ਲੇਹੀ ਲਵੇਗਾ, ਭਾਵ ਪ੍ਰਾਪਤੀ ਨਹੀਂ ਕਰ ਸਕਦਾ। ਜੇਤੇ ਜੀ ਤੇਤੇ ਸਭ ਤੇਰੇ, ਵਿਣ ਸੇਵਾ ਫਲ ਕਿਸੈ ਨਾਹੀ। हे ਮਹਾਰਾਜ, ਜਿਤਨੇ ਵੀ ਜੀਵ ਜੰਤ ਉਤਨੇ ਸਭ ਸਾਰੇ ਤੁਹਾਡੇ ਪੈਦਾ ਕੀਤੇ ਹੋਏ, ਪਰੰਤੂ ਸੇਵਾ ਟਹਿਲ ਭਗਤੀ ਕੀਤੇ ਤੋਂ ਬਿਨਾਂ ਬਗੈਰ ਹੀ ਕਿਸੇ ਨੂੰ ਵੀ ਗਿਆਨ ਰੂਪੀ ਫਲ ਨਹੀਂ ਪ੍ਰਾਪਤ ਹੁੰਦਾ। ਦੁੱਖ ਸੁਖ ਭਾਣਾ ਤੇਰਾ ਹੋਵੈ, ਵਿਣ ਨਾਵੈ ਜੀਉ ਰਹਿ ਨਾਹੀ। हे ਮਹਾਰਾਜ, ਪੁੰਨ ਕਰਮਾਂ ਸਦਕਾ ਸੁਖ ਅਤੇ ਪਾਪ ਕਰਮਾਂ ਦੇ ਸਦਕਾ ਦੁੱਖ ਕਸ਼ਟ ਮਿਲਣਾ, ਇਹ ਸਭ ਤੁਹਾਡਾ ਹੀ ਭਾਣਾ ਹੁਕਮ ਹੁੰਦਾ, ਭਾਵ ਤੇਰੇ ਭਾਣੇ ਵਿੱਚ ਹੀ ਸੁੱਖ ਦੁੱਖ ਪ੍ਰਾਪਤ ਹੁੰਦੇ ਹਨ। ਨਾਵੈ ਕਿ ਇਹ ਨਾਮ ਦੇ ਜਪਣ ਤੋਂ ਬਗੈਰ ਇਹ ਜੀਵ ਸੁੱਖਾਂ ਦੁੱਖਾਂ ਤੋਂ ਰਹਿਤ ਨਹੀਂ ਰਹਿ ਸਕਦੇ। ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾ ਜੀਵਾ ਤਾਂ ਜੁਗਤ ਨਾਹੀ। हे ਭਾਈ, ਜਿਹੜਾ ਮਤ ਬੁੱਧੀ ਦੇ ਵਿੱਚ ਅੰਦਰ ਸੰਸਾਰ ਦੇ ਪਦਾਰਥਾਂ ਦੀ ਇੱਛਾ ਵੱਲੋਂ ਮਰ ਜਾਣਾ ਹੈ, ਇਸ ਤੋਂ ਪਰੇ ਹੋਰ ਕਿਹੋ ਜਿਹਾ ਜੀਣਾ ਹੋ ਸਕਦਾ ਹੈ। ਜੇਕਰ ਨਾਮ ਤੋਂ ਬਿਨਾਂ ਜਿਉਂਦਾ ਵੀ ਹੈ ਤਦ ਵੀ ਪਰਮੇਸ਼ਰ ਵਿੱਚ ਜੁੜਨ ਦੀ ਜੁਗਤੀ ਨਹੀਂ ਆਉਂਦੀ। ਕਹਿ ਨਾਨਕ ਜੀ ਵਾਲੇ ਜੀਆ, ਜਹ ਭਾਵੈ ਤਹ ਰਾਖ ਤੁਹੀ। ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੇਕਰ ਪਰਮੇਸ਼ਰ ਆਪ ਕਿਰਪਾ ਕਰਕੇ ਨਾਮ ਦਾ ਰਸ ਦੇ ਕੇ ਜੀਵਾਲਣਾ ਕਰੇ ਤਾਂ ਹੀ ਸਾਡਾ ਜਿਉਣਾ ਹੁੰਦਾ। हे ਮਹਾਰਾਜ, ਜਿੱਥੇ ਤੁਹਾਨੂੰ ਪਾਉਂਦਾ ਹੈ ਉੱਥੇ ਹੀ ਤੁਸੀਂ ਸਾਨੂੰ ਰੱਖਣਾ ਕਰੋ। ਆਸਾ ਮਹੱਲਾ ਪਹਿਲਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਨੂੰ ਤਾਰ ਰਹੇ ਸਨ। ਉੱਥੇ ਅਨੇਕਾਂ ਵੇਦਾਂ ਸ਼ਾਸਤਰਾਂ ਦੇ ਵਿਦਵਾਨ ਗੁਰੂ ਸਾਹਿਬ ਕੋਲ ਆਉਂਦੇ ਅਤੇ ਪ੍ਰਸ਼ਨ ਕਰਦੇ, ਜਿਨ੍ਹਾਂ ਦਾ ਉੱਤਰ ਗੁਰੂ ਸਾਹਿਬ ਜੀ ਬੜਾ ਤਸੱਲੀ ਬਖਸ਼ ਦਿੰਦੇ। ਇੱਕ ਦਿਨ ਇੱਕ ਬ੍ਰਹਮਚਾਰੀ ਬ੍ਰਾਹਮਣ ਨੇ ਸਤਿਗੁਰਾਂ ਕੋਲ ਆ ਕੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ, ਕੀ ਬ੍ਰਾਹਮਣ ਬਣਨਾ ਸਾਰਿਆਂ ਨਾਲੋਂ ਉੱਤਮ ਹੈ? ਤਾਂ ਸੁਣ ਕੇ ਸਤਿਗੁਰੂ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਅਤੇ ਨਾਲ ਕਹਿੰਦੇ ਹਨ ਕਿ ਇਹਨਾਂ ਸਾਧਨਾ ਕਰਕੇ ਹੀ ਬ੍ਰਾਹਮਣ ਬਣਿਆ ਜਾ ਸਕਦਾ ਹੈ। ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਸ ਪਾਤੀ। हे ਭਾਈ, ਜਿਸਨੇ ਆਪਣੇ ਮਨ ਚਿੱਤ ਦੀਆਂ ਵਾਸ਼ਨਾਵਾਂ ਧੋਤੀ ਧੋ ਦਿੱਤੀਆਂ, ਉਸ ਦਾ ਕਾਇਆ ਸਰੀਰ ਹੀ ਬ੍ਰਹਮਾ ਬ੍ਰਾਹਮਣ ਹੈ। ਜਿਨ੍ਹਾਂ ਨੇ ਆਪਣੇ ਮਨ ਅੰਤਸ਼ਕਰਨ ਵਿੱਚੋਂ ਮਿਥਿਆ ਪਦਾਰਥਾਂ ਦੀ ਇੱਛਾ ਵਾਸ਼ਨਾ ਆਦਿ ਦੀ ਧੋਤੀ ਧੋ ਲਈ ਹੈ, ਉਹਨਾਂ ਦੀ ਕਾਇਆ ਬੁੱਧੀ ਬ੍ਰਹਮਾ ਬ੍ਰਹਮ ਦਾ ਹੀ ਰੂਪ ਹੋ ਗਈ ਹੈ। ਗਿਆਨ ਰੂਪੀ ਜਨੇਊ ਜੰਝੂ ਪਾਉਣਾ ਹੈ, ਧਿਆਨ ਰੂਪੀ ਕੁਸ ਦੱਬ ਦੇ ਪਾਤੀ ਪੱਤਰਿਆਂ ਦੇ ਛੱਲੇ ਬਣਾਉਣੇ ਹਨ। ਭਾਵ ਜਦੋਂ ਬ੍ਰਾਹਮਣ ਲੋਕ ਜੱਗ ਕਰਦੇ ਹਨ ਤਾਂ ਦੱਬ ਦੇ ਪੱਤਿਆਂ ਦੇ ਛੱਲੇ ਬਣਾ ਕੇ ਉਂਗਲਾਂ ਵਿੱਚ ਪਾ ਲੈਂਦੇ, ਜੱਗ ਕਰਨ ਲਈ ਉਂਗਲਾਂ ਪਵਿੱਤਰ ਹੋ ਜਾਣ। ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਦਾ ਧਿਆਨ ਲਾਉਣ ਰੂਪ ਦੱਬ ਹੈ ਅਤੇ ਚੰਤੁਸ਼ਟਾ ਅੰਤਸ਼ਕਰਨ ਜੋੜਨ ਰੂਪ ਛੱਲੇ ਬਣੇ ਹੋਏ ਆ। ਹਰ ਨਾਮਾ ਜਸ ਜਾਚੋ ਨਾਉ, ਗੁਰ ਪ੍ਰਸਾਦੀ ਬ੍ਰਹਮ ਸਮਾਉ। हे ਭਾਈ, ਹਰ ਕੀਏ ਪਰਮੇਸ਼ਰ ਦੇ ਨਾਮ ਜਸ ਕੀਰਤਨ ਨੂੰ ਜਾਚੋ ਮੰਗਣਾ ਕਰ ਅਤੇ ਉਸ ਦੇ ਅੰਮ੍ਰਿਤ ਨਾਮ ਨੂੰ ਜਪਣਾ ਕਰ। ਸੰਸਾਰ ਸਮੁੰਦਰ ਤੋਂ ਤਰਨ ਲਈ ਹਰੀ ਪਰਮੇਸ਼ਰ ਦਾ ਨਾਮਾ ਕੀਏ ਨਾਮ ਜਪਣ ਰੂਪ ਅਤੇ ਜਸ ਕੀਰਤਨ ਗਾਉਣ ਰੂਪ ਨਾਉ ਨੌਕਾ ਬੇੜੀ ਨੂੰ ਸਤਿਗੁਰਾਂ ਪਾਸੋਂ ਜਾਚੋ ਮੰਗਣਾ ਕਰ। ਇਸ ਪ੍ਰਕਾਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਬ੍ਰਹਮ ਕੀਏ ਪਰਮੇਸ਼ਰ ਆਤਮ ਸਰੂਪ ਵਿੱਚ ਸਮਾ ਜਾਓਗੇ, ਅਭੇਦ ਹੋ ਜਾਓਗੇ। ਪਾਂਡੇ ਐਸਾ ਬ੍ਰਹਮ ਵਿਚਾਰ, ਨਾਮੇ ਸੁਚ ਨਾਮੋ ਪੜੋ, ਨਾਮੇ ਚੱਜ ਆਚਾਰ ਰਹਾਉ। हे ਪਾਂਡੇ ਕੀਏ ਪੰਡਾਂ ਬੁੱਧੀ ਵਾਲੇ ਬੁੱਧੀਵਾਨ ਪੰਡਤ, ਤੂੰ ਵਿਚਾਰ ਕੇ ਦੇਖ, ਐਸਾ ਅਜਿਹਾ ਹੀ ਬ੍ਰਾਹਮਣ ਅਸਲੀ ਹੁੰਦਾ ਹੈ। ਅਜਿਹਾ ਜੋ ਬ੍ਰਹਮ ਸਤ ਚਿੱਤ ਆਨੰਦ ਸਰੂਪ ਪਰਮੇਸ਼ਰ ਹੈ, ਉਸ ਦੀ ਵਿਚਾਰ ਕਰ।
ਪਰਮੇਸ਼ਰ ਦੇ ਨਾਮ ਜਪਣ ਨਾਲ ਹੀ ਲੋਕ ਪ੍ਰਲੋਕ ਵਿੱਚ ਮੁੱਖ ਸੁੱਚਾ ਹੁੰਦਾ। ਨਾਮੇ ਕਰਕੇ ਹੀ ਭਾਵ ਪਵਿੱਤਰਤਾ ਹੁੰਦੀ ਹੈ। ਨਾਮੋ ਨਾਮ ਨੂੰ ਉਚਾਰਨ ਰੂਪ ਪੜ੍ਹਨਾ ਕਰ ਅਤੇ ਨਾਮੇ ਨਾਮ ਵਿੱਚ ਜੁੜਨ ਰੂਪ ਚੱਜ ਢੰਗ ਆਚਾਰ ਸ੍ਰੇਸ਼ਟਾਚਾਰ ਦੇ ਦੇਣ ਵਾਲੇ ਕਰਤੱਵ ਕਰ ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਹੇ ਹਨ। ਬਾਹਰ ਜਨੇਊ ਜਿਚਰ ਜੋਤ ਹੈ ਨਾਲ, ਧੋਤੀ ਟਿੱਕਾ ਨਾਮ ਸੰਭਾਲ। ਹੇ ਪੰਡਤ, ਬਾਹਰਲਾ ਸਰੀਰ ਉੱਪਰ ਧਾਗੇ ਦਾ ਪਾਇਆ ਹੋਇਆ ਜਨੇਊ ਜੰਝੂ ਉਤਨਾ ਚਿਰ ਹੈ ਜਿਤਨਾ ਚਿਰ ਤੱਕ ਪਰਮੇਸ਼ਰ ਦੀ ਚੇਤਨ ਸੱਤਾ ਰੂਪ ਜੋਤੀ ਸਰੀਰ ਦੇ ਨਾਲ ਸਾਥ ਹੈ। ਇਸ ਲਈ ਗਿਆਨ ਰੂਪੀ ਜਨੇਊ ਹੀ ਪਾਉਣਾ ਚਾਹੀਦਾ। ਟਿੱਕਾ ਸ਼੍ਰੋਮਣੀ ਪਰਮੇਸ਼ਰ ਦੇ ਨਾਮ ਨੂੰ ਸੰਭਾਲਣ ਰੂਪ ਟਿੱਕਾ ਲਾਉਣਾ ਹੈ ਅਤੇ ਜਿਵੇਂ ਧੋਤੀ ਤੇੜ ਦਾ ਬਸਤਰ ਜੋ ਨੰਗੇਜ ਢੱਕਣ ਲਈ ਹੁੰਦਾ, ਇਸੇ ਤਰ੍ਹਾਂ ਨਾਮ ਜਪ ਕੇ ਜੋ ਬੁੱਧ ਨੂੰ ਸ਼ੁੱਧ ਕਰਨ ਰੂਪੀ ਧੋਤੀ ਧੋਣਾ ਹੈ। ਇਹੋ ਹੀ ਅਗਲੀ ਧੋਤੀ ਹੈ ਜਿਸ ਨੇ ਪਰਲੋਕ ਵਿੱਚ ਪਰਦਾ ਢੱਕਣਾ ਹੈ। ਐਥੈ ਓਥੈ ਨਿਭੀ ਨਾਲ, ਵਿਣ ਨਾਵੈ ਹੋਰ ਕਰਮ ਨ ਭਾਲ। ਪਰਮੇਸ਼ਰ ਦਾ ਨਾਮ ਐਸੀ ਪਰਦੇਦਾਇਕ ਵਸਤੂ ਹੈ ਜੋ ਐਥੈ ਓਥੈ ਲੋਕ ਪਰਲੋਕ ਵਿੱਚ ਤੇਰੇ ਨਾਲ ਸਾਥ ਹੀ ਨਿਭੇਗਾ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਅਵਰ ਕਰਮ ਕਾਂਡਾਂ ਦੀ ਭਾਲ ਖੋਜ ਨਾ ਕਰ। ਪੂਜਾ ਪ੍ਰੇਮ ਮਾਇਆ ਪਰਜਾਲ, ਏਕੋ ਵੇਖੋ ਅਵਰ ਨ ਭਾਲ। ਹੇ ਪੰਡਤ, ਵਾਹਿਗੁਰੂ ਨਾਮ ਨਾਲ ਪ੍ਰੇਮ ਪਿਆਰ ਕਰਨ ਰੂਪ ਜੋ ਪ੍ਰੇਮ ਕਹੀਏ ਮੈਂ ਤੋਂ ਪਰੇ ਕਹੀਏ ਪਰੇ ਹੋਣ ਰੂਪ ਪੂਜਾ ਪੂਜਨ ਅਰਚਨ ਕਰ ਅਤੇ ਮਾਇਆ ਦੀ ਇੱਛਾ ਨੂੰ ਪਰ ਵਿਸ਼ੇਸ਼ ਕਰਕੇ ਜਾਲ ਸਾੜਨਾ ਕਰ। ਚਾਰੇ ਵਰਣਾ ਚਾਰੇ ਆਸ਼ਰਮਾਂ ਦੇ ਜੀਵਾਂ ਵਿੱਚ ਏਕੋ ਅਦਵੈਤ ਸਰੂਪ ਜੋਤੀ ਪਰਮੇਸ਼ਰ ਨੂੰ ਹੀ ਵੇਖਣਾ ਕਰ। ਉਸ ਤੋਂ ਬਿਨਾਂ ਹੋਰ ਕਿਸੇ ਦੀ ਭਾਲ ਖੋਜ ਨਾ ਕਰ। ਚੀਨੈ ਤਤ ਗਗਨ ਦਸ ਦੁਆਰ, ਹਰ ਮੁਖ ਪਾਠ ਪੜ੍ਹੈ ਵਿਚਾਰ। ਹੇ ਪੰਡਤ ਜੀ, 10 ਦੁਆਰ ਦਸੇ ਇੰਦਰੀਆਂ ਰੂਪੀ ਦਰਵਾਜ਼ਿਆਂ 9 ਗੋਲਕਾਂ ਅਤੇ 10ਵਾਂ ਜੋ ਗੁਪਤ ਹੈ, ਇਹਨਾਂ 10 ਦਰਵਾਜ਼ਿਆਂ ਵਾਲੇ ਸਰੀਰ ਵਿੱਚ ਚਿਦਾਕਾਸ਼ ਰੂਪੀ ਪਰਮੇਸ਼ਰ ਦੇ ਤੱਤ ਸਿਧਾਂਤ ਨੂੰ ਜਾਣਨਾ ਕਰ। ਜੋ 10 ਦੁਆਰਿਆਂ ਵਾਲੇ ਸਰੀਰ ਵਿੱਚ ਤੱਤ ਸਿਧਾਂਤ ਨੂੰ ਚੀਨੈ ਜਾਣ ਲਵੇਗਾ, ਉਹ ਆਕਾਸ਼ ਦੀ ਨਿਆਈ ਵਿਆਪਕ ਪਰਮੇਸ਼ਰ ਨੂੰ ਵੀ ਜਾਣ ਲਵੇਗਾ। ਹਰ ਮੁਖ ਪਾਠ ਪੜ੍ਹੈ ਵਿਚਾਰ। ਪਾਤਸ਼ਾਹ ਫਰਮਾਉਂਦੇ ਹਨ ਕਿ ਜਿਹੜਾ ਹਰੀ ਪਰਮੇਸ਼ਰ ਦੇ ਸਿਧਾਂਤ ਦੀ ਵਿਚਾਰ ਕਰਨੀ ਹੈ, ਇਹੋ ਹੀ ਮੂੰਹ ਦੁਆਰਾ ਪਾਠ ਪੜ੍ਹਾਈ ਪੜ੍ਹਨੀ ਹੈ। ਜੋ ਵਿਚਾਰ ਕੇ ਹਰੀ ਪਰਮੇਸ਼ਰ ਦਾ ਨਾਮ ਰੂਪੀ ਪਾਠ ਸਬਕ ਪੜ੍ਹਨਾ ਹੈ, ਇਹੋ ਹੀ ਵਿਆਕਰਣ ਆਦਿ ਦਾ ਪੜ੍ਹਨਾ ਤੇ ਵਿਚਾਰਨਾ ਹੈ। ਭੋਜਨ ਭਾਉ ਭਰਮ ਭਉ ਭਾਗੈ, ਪਹਰੂ ਸ਼ਬ ਚੋਰ ਨ ਲਾਗੈ। ਸੋ ਇਸ ਦਾ ਦੂਸਰਾ ਪਾਠ ਪਹਰੂਆ ਸ਼ਬ ਕਰਨਾ ਹੈ। ਇੱਥੇ ਪਾਠ ਆਇਆ ਹੈ ਪਹਰੂ ਰਾਸ਼ਬ ਚੋਰ ਨਾ ਲਾਗੈ। ਪਰਮੇਸ਼ਰ ਦਾ ਪ੍ਰੇਮ ਰੂਪੀ ਭੋਜਨ ਖਾਣ ਯੋਗ ਵਸਤੂ ਨੂੰ ਖਾਣ ਨਾਲ ਪ੍ਰਕਾਸ਼ ਸਰੂਪ ਦੇ ਗਿਆਨ ਰੂਪੀ ਭੋਜਨ ਖਾਣ ਨਾਲ 5 ਪ੍ਰਕਾਰ ਦਾ ਸੰਸਾ ਅਤੇ 7 ਪ੍ਰਕਾਰ ਦਾ ਡਰ ਭਾਗੈ ਕਿ ਭੱਜ ਜਾਂਦਾ ਹੈ। ਜਿਵੇਂ ਜਿਨ੍ਹਾਂ ਦੇ ਪਹਰੂ ਪਹਿਰੇਦਾਰ ਰਾਸ਼ਬ ਕਹੀਏ ਰਾਖਾ ਹੋਵੇ, ਉਹਨਾਂ ਦੇ ਘਰ ਚੋਰ ਨਹੀਂ ਲੱਗਦਾ। ਇਸੇ ਪ੍ਰਕਾਰ ਜਿਨ੍ਹਾਂ ਦਾ ਵਾਹਿਗੁਰੂ ਦਾ ਨਾਮ ਪਹਿਰੇਦਾਰ ਹੋ ਕੇ ਰਾਸ਼ਬ ਰੱਖਿਆ ਕਰਨ ਵਾਲਾ ਹੈ, ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਰੂਪੀ ਚੋਰ ਨਹੀਂ ਲੱਗ ਸਕਦੇ। ਭਾਵ ਸ਼ੁੱਧ ਗੁਣਾ ਰੂਪੀ ਧਨ ਨਹੀਂ ਚੁਰਾ ਸਕਦੇ। ਆਪਣੇ ਮਨ ਉੱਪਰ ਪਹਿਰਾ ਰਾਸ਼ਬ ਰੱਖਣ ਵਾਲੇ ਨੂੰ ਇਸਤਰੀ ਦੀ ਚਿਤਵਨੀ ਵਿਕਾਰਾਂ ਆਦਿ ਰੂਪੀ ਚੋਰ ਨਹੀਂ ਲੱਗਦੇ। ਜਿਨ੍ਹਾਂ ਦਾ ਪਹਰੂਆ, ਇੱਥੇ ਹੁਣ ਦੂਸਰਾ ਪਾਠ ਦੇ ਢੰਗ ਨਾਲ ਦੱਸਦੇ। ਪਹਰੂਆ ਭਾਵ ਪਹਿਰੇਦਾਰ ਪਰਮੇਸ਼ਰ ਦੇ ਨਾਮ ਦਾ, ਉਹਨਾਂ ਨੂੰ ਅਵਿਦਿਆ ਅਵਸਥਾ ਰੂਪੀ ਸ਼ਬ ਹੁੰਦਾ। ਰਾਤ ਅਤੇ ਜਮਾ ਰੂਪੀ ਚੋਰ ਨਹੀਂ ਲੱਗਦੇ। ਪਰਮੇਸ਼ਰ ਦੇ ਨਾਮ ਨੂੰ ਪਹਰੂ ਕਹੀਏ ਪਹਿਰੇਦਾਰ ਕਰਕੇ ਆ ਨਾਮ ਵਿਸ਼ੇਸ਼ ਕਰਕੇ ਰਾਸ਼ਬ ਰਾਖਾ ਬਣਾਉਣਾ ਪਵੇਗਾ। ਫਿਰ ਆਸਰੀ ਸੰਪਦਾ ਰੂਪੀ ਚੋਰ ਨਹੀਂ ਲੱਗੇਗਾ। ਸੋ ਮੁੱਖ ਪਾਠ ਜੋ ਹੈ ਉਹ ਪਹਰੂ ਐੜਾ ਮੁਕਤਾ ਕਰਕੇ ਪੜ੍ਹਨਾ, ਰਾਸ਼ਬ ਵੱਖਰਾ ਹੈ। ਇਸ ਤਰ੍ਹਾਂ ਹੀ ਕਰਨਾ ਹੈ। ਅਰਥ ਸਮਝਣ ਲਈ 3 ਪਾਠ ਅਸੀਂ ਕਰ ਸਕਦੇ ਹਾਂ। ਤਿਲਕ ਲਿਲਾਟ ਜਾਣੈ ਪ੍ਰਭ ਏਕ,
ਬੂਝੈ ਬ੍ਰਹਮ ਅੰਤਰ ਬਵੇਕ। ਹੇ ਪੰਡਤ, ਜਿਹੜਾ ਹਰ ਜਗ੍ਹਾ ਇੱਕ ਪ੍ਰਭੂ ਪਰਮੇਸ਼ਰ ਨੂੰ ਜਾਣਨਾ ਹੈ, ਇਹੋ ਹੀ ਲਲਾਟ ਮੱਥੇ ਉੱਪਰ ਤਿਲਕ ਟਿੱਕਾ ਲਾਉਣਾ ਹੈ। ਹਿਰਦੇ ਦੇ ਅੰਦਰ ਬ੍ਰਹਮ ਪਰਮੇਸ਼ਰ ਦੀ ਵਿਵੇਕ ਵਿਚਾਰ ਕਰਕੇ ਗੁਰਾਂ ਦੁਆਰਾ ਜੀਵ ਈਸ਼ ਦੀ ਏਕਤਾ ਪ੍ਰਾਪਤ ਕਰਕੇ ਬ੍ਰਹਮ ਦੇ ਤਾਈਂ ਬੂਝੈ ਸਮਝਣਾ ਕਰ। ਆਚਾਰੀ ਨਹੀਂ ਜੀਤਿਆ ਜਾਏ, ਪਾਠ ਪੜ੍ਹੈ ਨਹੀਂ ਕੀਮਤ ਪਾਏ। ਹੇ ਪੰਡਤ, ਨਿਤ ਨਿਮਿਤ ਆਦ ਆਚਾਰੀ ਕਰਮਾਂ ਨੂੰ ਕਰਨ ਨਾਲ ਮਨ ਜਿੱਤਿਆ ਨਹੀਂ ਜਾ ਸਕਦਾ। ਵਿਆਕਰਣ ਆਦਿ ਦੀ ਪੜ੍ਹਾਈ ਪੜ੍ਹਨ ਨਾਲ ਵਾਹਿਗੁਰੂ ਦੇ ਸਰੂਪ ਦੀ ਕੀਮਤ ਨਹੀਂ ਪਾਈ ਜਾ ਸਕਦੀ। ਅਸ਼ਟਦਸੀ ਚਹੁ ਭੇਦ ਨ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ। ਅਸ਼ਟ 8 ਦਸੀ 10 ਭਾਵ 18 ਪੁਰਾਣਾ ਅਤੇ 4 ਵੇਦਾਂ ਨੇ ਜਾਂ ਇਹਨਾਂ ਨੂੰ ਪੜ੍ਹਨ ਪੜ੍ਹਾਉਣ ਵਾਲੇ ਵਿਦਵਾਨਾਂ ਨੇ ਉਸ ਦੇ ਭੇਦ ਰਾਜ ਨੂੰ ਨਹੀਂ ਪਾਉਣਾ ਕੀਤਾ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਸੱਚੇ ਸਤਿਗੁਰਾਂ ਨੇ ਸਤ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ ਬ੍ਰਹਮ ਪਰਮੇਸ਼ਰ ਨੂੰ ਆਪਣਾ ਆਪ ਰੂਪ ਕਰਕੇ ਵਿਖਾਉਣਾ ਕੀਤਾ ਹੈ। ਆਸਾ ਮਹੱਲਾ ਪਹਿਲਾ। ਫਿਰ ਪ੍ਰਸ਼ਨ ਕਰਦੇ ਹੈ ਸਤਿਗੁਰੂ ਜੀ, ਅਸਲ ਵਿੱਚ ਸੇਵਕ ਭਗਤ ਦਾਸ ਆਦਿ ਪਰਮੇਸ਼ਰ ਦਾ ਪਿਆਰਾ ਕੌਣ ਹੋ ਸਕਦਾ ਹੈ? ਗੁਰ ਉੱਤਰ ਬਖਸ਼ਿਸ਼ ਇਸ ਪਾਵਨ ਸ਼ਬਦ ਰਾਹੀਂ ਬਖਸ਼ ਰਹੇ ਹਨ। ਸੇਵਕ ਦਾਸ ਭਗਤ ਜਨ ਸੋਈ, ਠਾਕੁਰ ਕਾ ਦਾਸ ਗੁਰਮੁਖ ਹੋਈ। ਹੇ ਭਾਈ, ਅਸਲ ਵਿੱਚ ਸੇਵਾ ਕਰਨ ਵਾਲਾ, ਦਾਸਾ ਭਾਵ ਧਾਰਨ ਵਾਲਾ, ਉਪਾਸ਼ਕ ਭਗਤੀ ਕਰਨ ਵਾਲਾ ਉਹੀ ਜਨ ਪੁਰਸ਼ ਹੁੰਦਾ ਹੈ ਜਿਹੜਾ ਗੁਰਮੁਖ ਮੁਖੀ ਗੁਰਾਂ ਦੁਆਰਾ ਠਾਕੁਰ ਅਕਾਲ ਪੁਰਖ ਦਾ ਦਾਸ ਗੁਲਾਮ ਹੋ ਕੇ ਰਹਿੰਦਾ। ਜਿਨ ਸਿਰ ਸਾਜੀ ਤਿਨ ਫੁਨ ਗੋਈ, ਤਿਸ ਬਿਨ ਦੂਜਾ ਅਵਰ ਨ ਕੋਈ। ਜਿਸ ਵਾਹਿਗੁਰੂ ਨੇ ਰਜੋ ਤਮੋ ਸਤੋ ਗੁਣਾ ਰੂਪੀ ਤਿੰਨੇ ਦੇਵਤੇ ਪੈਦਾ ਕਰਕੇ ਸਿਰ ਸ੍ਰਿਸ਼ਟੀ ਸਾਜੀ ਸਾਜਨਾ ਕੀਤੀ ਹੈ, ਉਸੇ ਨੇ ਹੀ ਪਾਲਣਾ ਕਰਕੇ ਪੁਨ੍ਹਾ ਗੋਈ ਲੈ ਕੀਤੀ ਹੈ, ਬੁਲਾਈ ਹੈ, ਮਿਲਾਈ ਹੈ, ਛੁਪਾ ਲਈ ਹੈ। ਤਿਸ ਉਸ ਵਾਹਿਗੁਰੂ ਤੋਂ ਬਗੈਰ ਦੂਸਰਾ ਹੋਰ ਕੋਈ ਵੀ ਇਸ ਕਾਰਜ ਨੂੰ ਨਹੀਂ ਕਰ ਸਕਦਾ। ਸਾਚ ਨਾਮ ਗੁਰ ਸ਼ਬਦ ਵਿਚਾਰ, ਗੁਰਮੁਖ ਸਾਚੇ ਸਾਚੈ ਦਰਬਾਰ ਰਹਾਉ। ਇਸ ਕਰਕੇ ਇਹ ਭਾਈ ਸਤਿਗੁਰੂ ਜੀ ਦੇ ਉਪਦੇਸ਼ ਦੀ ਵਿਚਾਰ ਕਰਕੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ। ਜਿਹੜੇ ਗੁਰਮੁਖ ਜਨ ਸੱਚੇ ਪਰਮੇਸ਼ਰ ਵਿੱਚ ਜੁੜੇ ਹੋਏ ਹਨ, ਉਹ ਦਰਬਾਰ ਸੱਚਖੰਡ ਵਿੱਚ ਵੀ ਸੱਚੇ ਹਨ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸੱਚਾ ਅਰਜ ਸੱਚੀ ਅਰਦਾਸ, ਮਹਿਲੀ ਖਸਮ ਸੁਣੇ ਸਾਬਾਸ। ਸੱਚਾ ਪਰਮੇਸ਼ਰ ਅਰਜ ਬੇਨਤੀ ਦੇ ਸੁਣਨ ਵਾਲਾ ਹੈ। ਸੱਚਾ ਪਰਮੇਸ਼ਰ ਬਹੁਤ ਅਰਜ ਵਿਸਤਾਰ ਵਾਲਾ ਹੈ। ਗੁਰਮੁਖ ਜਨ ਉਸ ਦੇ ਚਰਨਾਂ ਵਿੱਚ ਸੱਚੀ ਅਰਦਾਸ ਬੇਨਤੀ ਕਰਦੇ ਹਨ। ਮਹਿਲੀ ਕੀ ਮਹੱਲਾਂ ਵਿੱਚ ਰਹਿਣ ਵਾਲਾ ਮਾਲਕ ਜਦੋਂ ਸੁਣਦਾ ਹੈ ਤਾਂ ਉਹਨਾਂ ਨੂੰ ਸਾਬਾਸ ਧੰਤਾ ਦੇ ਯੋਗ ਬਣਾ ਦਿੰਦਾ। ਸਾਬਾਸ ਕਹੀਏ ਅਸ਼ੀਰਵਾਦ ਦਿੰਦਾ ਹੈ ਕਿ ਤੁਹਾਡੀ ਕਲਿਆਣ ਹੋਵੇ। ਸੱਚੈ ਤਖਤ ਬੁਲਾਵੈ ਸੋਏ, ਦੇ ਵਡਿਆਈ ਕਰੇ ਸੋ ਹੋਏ। ਫਿਰ ਉਹਨਾਂ ਗੁਰਮੁਖਾਂ ਨੂੰ ਸੱਚੈ ਕਹੀਏ ਸਤ ਸਰੂਪ ਰੂਪੀ ਤਖਤ ਸਿੰਘਾਸਨ 'ਤੇ ਬੁਲਾ ਲੈਂਦਾ। ਉਹਨਾਂ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਰੂਪੀ ਨਾਮ ਦੀ ਵਡਿਆਈ ਸ਼ੋਭਾ ਦੇਣਾ ਕਰਦਾ। ਫਿਰ ਉਹ ਗੁਰਮੁਖ ਜਨ ਸੱਚੇ ਦਾ ਹੀ ਰੂਪ ਹੋ ਜਾਂਦੇ ਆ। ਵਡਿਆਈਆਂ ਦੇਣ ਵਾਲਾ ਪਰਮੇਸ਼ਰ ਜੋ ਵੀ ਕਰਦਾ ਉਹ ਹੀ ਹੁੰਦਾ ਹੈ। ਤੇਰਾ ਤਾਣ ਤੂੰ ਹੈ ਦੀਬਾਨ, ਗੁਰ ਕਾ ਸ਼ਬਦ ਸੱਚ ਨੀਸਾਨ। ਹੇ ਪਰਮੇਸ਼ਰ ਜੀ, ਸਰੀਰ ਕਰਕੇ ਤੁਹਾਡਾ ਹੀ ਤਾਣ ਬਲ ਹੈ, ਵਿਵੇਕ ਰੂਪੀ ਬਲ ਵੀ ਤੁਹਾਡਾ ਹੀ ਹੈ ਅਤੇ ਤੁਸੀਂ ਹੀ ਲੋਕ ਪਰਲੋਕ ਵਿੱਚ ਸਾਡਾ ਦੀਬਾਨ ਆਸਰਾ ਰੂਪ ਹੋ। ਸਤਿਗੁਰਾਂ ਦਾ ਸ਼ਬਦ ਉਪਦੇਸ਼ ਹਿਰਦੇ ਵਿੱਚ ਸਤ ਸਰੂਪ ਪਰਮੇਸ਼ਰ ਨੂੰ ਨੀਸਾਨ ਪ੍ਰਗਟ ਕਰ ਦਿੰਦਾ ਹੈ। ਮੰਨੇ ਹੁਕਮ ਸੋ ਪ੍ਰਗਟ ਜਾਏ, ਸੱਚ ਨੀਸਾਣੈ ਠਾਕ ਨ ਪਾਏ। ਜਿਹੜਾ ਪਰਮੇਸ਼ਰ ਦਾ ਹੁਕਮ ਭਾਣਾ ਮੰਨਦਾ ਹੈ ਉਹ ਤਿੰਨਾਂ ਲੋਕਾਂ ਵਿੱਚ ਪ੍ਰਤੱਖ ਹੋ ਜਾਂਦਾ ਹੈ। ਉਸ ਨੂੰ ਸਰੂਪ ਰੂਪੀ ਜਾਏ ਜਗ੍ਹਾ ਪ੍ਰਗਟ ਹੋ ਜਾਂਦੀ ਹੈ। ਉਹ ਪ੍ਰਗਟ ਹੋ ਕੇ ਸੱਚਖੰਡ ਰੂਪੀ ਜਾਏ ਜਗ੍ਹਾ ਵਿੱਚ ਜਾਂਦਾ, ਕਿਉਂਕਿ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਸੱਚਾ ਨਾਮ ਰੂਪੀ ਨੀਸਾਣੇ ਪਰਵਾਨਾ ਚਿੰਨ੍ਹ ਪ੍ਰਗਟ ਹੋਇਆ,
ਉਹਨਾਂ ਨੂੰ ਇਸ ਲੋਕ ਵਿੱਚ ਕਾਮ ਕ੍ਰੋਧ ਆਦਿਕ ਵਿਕਾਰ ਅਤੇ ਪ੍ਰਲੋਕ ਵਿੱਚ ਗਿਆ ਨੂੰ ਜਮਦੂਤ ਆਦਿਕ ਠਾਕ ਹੁੰਦਾ ਰੋਕ ਨਹੀਂ ਪਾ ਸਕਦੇ ਨਾ ਪਾਉਂਦੇ ਆ, ਕਿਉਂਕਿ ਮਹਿਰਮ ਮਹਿਲ ਨਾ ਕੋ ਅਟਕਾਵੇ। ਪੰਡਤ ਪੜ੍ਹੈ ਵਖਾਣੈ ਵੇਦ, ਅੰਤਰ ਵਸਤ ਨ ਜਾਣੈ ਭੇਦ। ਪੜ੍ਹਾਈਆਂ ਪੰਡਤ ਲੋਕ ਸਿੱਖਿਆ ਕਲਪ ਜੋਤਿਸ਼ ਵਿਆਕਰਣ ਪਿੰਗਲ ਆਦਿਕ ਦੀਆਂ ਪੜ੍ਹਾਈਆਂ ਤਾਂ ਪੜ੍ਹਦੇ ਆ ਅਤੇ ਚਾਰੇ ਵੇਦਾਂ ਗਿਆਨ ਦਾ ਵਖਿਆਨ ਕਥਨ ਵੀ ਕਰੀ ਜਾਂਦੇ, ਪਰੰਤੂ ਜਿਹੜੀ ਹਿਰਦੇ ਵਿੱਚ ਪਰਮੇਸ਼ਰ ਦੀ ਜੋਤ ਚੇਤਨ ਸੱਤਾ ਰੂਪ ਵਸਤੂ ਹੈ ਉਸ ਦਾ ਭੇਦ ਰਾਜ ਨਹੀਂ ਜਾਣਦੇ। ਜੋ ਅੰਦਰ ਬ੍ਰਹਮ ਵਸਤੂ ਵਸਦਾ ਹੈ ਉਸ ਦੇ ਭੇਦ ਨੂੰ ਨਹੀਂ ਜਾਣਦੇ। ਗੁਰ ਬਿਨ ਸੋਝੀ ਬੂਝ ਨ ਹੋਏ, ਸਾਚਾ ਰਵ ਰਹਿਆ ਪ੍ਰਭ ਸੋਏ। ਗੁਰ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਬੂਝ ਸਮਝਣ ਤੋਂ ਬਗੈਰ ਆਪਣੇ ਸਰੂਪ ਦੀ ਸੋਝੀ ਗਿਆਤ ਨਹੀਂ ਪ੍ਰਾਪਤ ਹੁੰਦੀ। ਫਿਰ ਪ੍ਰਸ਼ਨ ਕਰਦੇ ਹੈ ਮਹਾਰਾਜ, ਫਿਰ ਆਪ ਹੀ ਸਮਝਾਉਣਾ ਕਰੋ, ਕਿਉਂਕਿ ਤੁਸੀਂ ਗੁਰੂ ਸਰੂਪ ਹੋ। ਗੁਰੂ ਪਾਤਸ਼ਾਹ ਦੱਸਦੇ ਹੈ ਭਾਈ, ਉਹ ਸੱਚਾ ਪਰਮੇਸ਼ਰ ਆਪ ਹੀ ਸਾਰਿਆਂ ਵਿੱਚ ਰੱਬ ਵਿਆਪਕ ਹੋ ਰਿਹਾ ਅਤੇ ਸੋਏ ਉਹ ਪ੍ਰਭੂ ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਦੇ ਰਿਹਾ ਹੈ। ਕਿਆ ਹੋ ਆਖਾ ਆਖ ਵਖਾਣੀ, ਤੂੰ ਆਪੇ ਜਾਣੈ ਸਰਬ ਵਿਡਾਣੀ। ਹੇ ਭਾਈ, ਅਸੀਂ ਆਖਾ ਆਖਿਆਣਾ ਦੁਆਰਾ ਕੀ ਕਥਨ ਕਰਕੇ ਕਹਿਣਾ ਕਰੀਏ। ਵੇਦਾਂ ਸ਼ਾਸਤਰਾਂ ਪੁਰਾਣਾਂ ਸਿਮਰਤੀਆਂ ਆਦਿਕ ਦੇ ਆਖ ਅਖਿਆਣਾ ਦੁਆਰਾ ਕਥਨੀ ਕਰਨ ਵਾਲਾ ਹੋ ਕੇ ਕੀ ਆਖਣਾ ਕਹਿਣਾ ਕਰੀਏ। ਪਿਛਲੀਆਂ ਕਥਾਵਾਂ ਦੇ ਤਾਈਂ ਕੀ ਕਹਿਣਾ ਕਰੀਏ, ਹੁਣ ਵਰਤਮਾਨ ਸਮੇਂ ਦੀਆਂ ਵਾਰਤਾ ਦੇ ਤਾਈਂ ਕੀ ਕਹਿਣਾ ਕਰੀਏ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਕਥਾਵਾਂ ਦਾ ਕੀ ਕਥਨ ਕਰੀਏ। ਹੇ ਵਿਡਾਣੀ ਅਚਰਜ ਰੂਪ ਪਰਮੇਸ਼ਰ, ਤੂੰ ਕਹੀਏ ਤੁਸੀਂ ਆਪ ਹੀ ਸਰਬ ਸਾਰਿਆਂ ਦੇ ਅੰਦਰ ਦੀ ਜਾਣਦੇ ਹੋ। ਨਾਨਕ ਏਕੋ ਦਰਦੀ ਬਾਣ, ਗੁਰਮੁਖ ਸਾਚ ਤਹਾ ਗੁਦਰਾਣ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇੱਕੋ ਸਾਧ ਸੰਗਤ ਰੂਪੀ ਦਰ ਦੁਆਰਾ ਹੀ ਸਾਰਿਆਂ ਦਾ ਦੀਵਾਨ ਆਸਰਾ ਹੈ। ਗੁਰਮੁਖ ਜਨ ਸੱਚੇ ਪਰਮੇਸ਼ਰ ਦੇ ਹੁਕਮ ਅਨੁਸਾਰ ਉੱਥੇ ਸਤਸੰਗਤ ਵਿੱਚ ਆਪਣਾ ਸਮਾਂ ਗੁਦਰਾਨ ਕਹੀਏ ਬਤੀਤ ਕਰਦੇ ਗੁਜਰਾਨ ਕਰਦੇ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।